माता गुजर कौर जी दोवें छोटे साहिबजादिਆਂ ਨੂੰ ਉਹਨਾਂ ਨੂੰ ਇੱਥੇ ਲੈ ਕੇ ਆਇਆ। ਇੱਥੇ ਬਿਠਾ ਕੇ ਉਹਨਾਂ ਦਾ ਉਹ ਸਮਾਂ ਸੀ ਜੋ ਅਜਾਈ ਗਵਾਉਂਦਾ ਰਿਹਾ, ਕਿਉਂਕਿ ਮਾਤਾ ਜੀ ਕੋਲ ਕੁਝ ਮਾਇਆ ਸੀ। ਉਹਦੇ ਲਾਲ ਉਹਦੇ ਮਨ ਦੇ ਵਿੱਚ ਲਾਲ ਸੀ, ਉਹ ਕਿਸੇ ਤਰੀਕੇ ਨਾਲ ਮਾਇਆ ਹੈ ਜੋ ਚਰਾਵੇ। ਮਾਤਾ ਜੀ ਦੇ ਦਰਸ਼ਨ ਕਰਕੇ ਮਾਤਾ ਜੀ ਨੂੰ ਪੁੱਛਦਾ ਹੈ ਕਿ ਮਾਤਾ ਜੀ ਤੁਸੀਂ ਇੱਥੇ ਕਿਵੇਂ ਆਏ ਹੋ। ਮਾਤਾ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ। ਐਮਏ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਮਾ ਸਾਹਿਬ ਜਾਣਿਆ ਜਾਂਦਾ ਹੈ। ਉਹ ਰਸੋਈਆ ਰਿਹਾ ਹੈ ਸਤਿਗੁਰਾਂ ਦਾ 21 ਸਾਲ 22 ਸਾਲ। ਉਹ ਅਸੀਂ ਆਪਣੇ ਇਸੇ ਪਿੰਡ 'ਚ ਆਹੀ ਕਮਰਾ ਹੈ ਜੀ, ਕੱਚੀ ਕੰਧਾਂ ਆਪ ਦੇਖ ਰਹੇ ਹੋ। ਇਹ ਮੰਜਾ ਸਾਹਿਬ ਜਿੱਥੇ ਵਿਸ਼ਰਾਮ ਕੀਤਾ ਹੈ। जोरावर सिंह फतेह सिंह गुजरी माता साथ काई नौर के तल कह वसै एकपुर रात। सिख इतिहास ਦੇ ਵਿੱਚ ਪਿੰਡ ਕਾਈ ਨੌਰ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੇ ਦੂਸਰੀ ਰਾਤ ਇਸ ਪਿੰਡ ਦੇ ਇਸ ਤਲਾਅ ਦੇ ਕੰਢੇ ਤੇ ਗੁਜ਼ਾਰੀ ਸੀ। ਗੰਗੂ ਦਾ ਪਿੰਡ ਇੱਥੋਂ ਮਹਿਜ਼ 3 ਕਿਲੋਮੀਟਰ ਦੂਰ ਹੈ ਤੇ ਇਤਿਹਾਸ ਦੱਸਦਾ ਹੈ ਕਿ ਲਾਲਚ ਵਸ ਹੋ ਕੇ ਗੰਗੂ ਨੇ ਜਾਣ-ਬੁੱਝ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਇੱਥੇ ਕੜਕਦੀ ਹੋਈ ਠੰਡ ਦੇ ਵਿੱਚ ਦੂਸਰੀ ਰਾਤ ਬਤੀਤ ਕਰਵਾਈ। ਕੁੰਮਾ ਮਾਸ਼ਕੀ ਦੀ ਸ਼ਨ ਤੋਂ ਚੱਲ ਗੰਗੂ ਰੋਪੜ ਨੇੜੇ ਆ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਤਾਂ ਮੁਗਲ ਫੌਜ ਉਤਰੀਏ, ਇੱਧਰ ਜਾਣਾ ਠੀਕ ਨਹੀਂ ਰਹੇਗਾ। ਮੇਰਾ ਹੁਣ ਕੋਈ ਚਾਰਾ ਨਹੀਂ ਚੱਲਦਾ। ਹੁਣ ਤੁਸੀਂ ਆਪਣੇ ਮਨ ਦੀ ਦੱਸੋ ਕਿ ਕੀ ਕੀਤਾ ਜਾਵੇ। ਜੇ ਤੁਸੀਂ ਅੱਗੇ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ ਲੈਣਗੇ। ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ। ਇੱਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਗੁਰੂ ਜੀ ਸਿੰਘਾਂ ਸਮੇਤ ਰੋਪੜ ਵੱਲ ਹੀ ਗਏ ਹਨ। ਰੋਪੜ ਵਿੱਚ ਸਭ ਤੋਂ ਸਿਰ ਕੱਢ ਠਾਹਰ ਨਿਹੰਗ ਖਾਂ ਪਠਾਨ ਸੀ। ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਇਸੇ ਲਈ ਗੰਗੂ ਜਾਣ ਬੁੱਝ ਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਹੀ ਉਤਰੇ ਹੋਏ ਹਨ। ਉਹ ਜਾਣਦਾ ਸੀ ਕਿ ਜੇ ਮਾਤਾ ਜੀ ਕਿਸੇ ਸਿੱਖ ਸੇਵਕ ਪਰਿਵਾਰ ਕੋਲ ਪਹੁੰਚ ਗਏ ਤਾਂ ਮੇਰਾ ਦਾਅ ਨਹੀਂ ਲੱਗ ਸਕੇਗਾ ਤੇ ਮਾਇਆ ਮੇਰੇ ਹੱਥੋਂ ਜਾਂਦੀ ਰਹੇਗੀ। ਉਹ ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ ਕਿਉਂਕਿ ਉਧਰ ਬਹੁਤ ਖਤਰਾ ਏ। ਸੋ ਇਸ ਤਰ੍ਹਾਂ ਮਾਤਾ ਜੀ ਨੇ ਕਿਹਾ ਕਿ ਜਿਵੇਂ ਤੂੰ ਜਾਣਦਾ ਏ ਤੂੰ ਉਵੇਂ ਕਰ ਲੈ। ਇਸ ਦੁਸ਼ਟ ਨੇ ਕਿਹਾ ਕਿ ਮੇਰੇ ਘਰ ਚੱਲਦੇ ਆ, ਜਦੋਂ ਸਮਾਂ ਠੀਕ ਹੋ ਜਾਵੇਗਾ ਤਾਂ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਉਹਨਾਂ ਕੋਲ ਪਹੁੰਚਾ ਦਵਾਂਗਾ। ਰੋਪੜ ਵਾਲਾ ਰਸਤਾ ਛੱਡ ਪਾਪੀ ਗੰਗੂ ਜੰਗਲ ਦੇ ਰਸਤੇ ਹੋ ਤੁਰਿਆ ਤੇ ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਲਿਜਾ ਰਿਹਾ ਹਾਂ। ਇਹ ਤਾਂ ਸਾਰਾ ਧੋਖਾ ਸੀ। ਇਸ ਨੂੰ ਬਿਰਧ ਮਾਤਾ ਜੀ ਤੇ ਨਿੱਕੀਆਂ ਜਿੰਦੜੀਆਂ ਨਾਲ ਕੋਈ ਹਮਦਰਦੀ ਨਹੀਂ ਸੀ। ਮਾਇਆ ਕਿਸੇ ਤਰੀਕੇ ਉਸ ਦੇ ਹੱਥ ਆ ਜਾਵੇ, ਕੇਵਲ ਇਹੀ ਇਸ ਦਾ ਮਨੋਰਥ ਸੀ। ਗੁਰੂ ਸਾਹਿਬ ਦੀ ਮਾਤਾ ਤੇ ਪੁੱਤਰਾਂ ਨੂੰ ਆਪਣੇ ਘਰ ਪਨਾਹ ਦੇਣ ਦਾ ਖਤਰਾ ਉਹ ਨਹੀਂ ਸੀ ਲੈਣਾ ਚਾਹੁੰਦਾ। ਰਾਤੋਂ ਰਾਤ ਮਾਇਆ ਦੀ ਥੈਲੀ ਚੁਰਾ ਕੇ ਖਿਸਕ ਜਾਵੇ, ਕੇਵਲ ਇਹੀ ਉਸ ਦੀ ਨੀਅਤ ਸੀ। ਸਾਹਿਬਜ਼ਾਦਿਆਂ ਜ਼ਿਆਦਾ ਸਫ਼ਰ ਖੱਚਰ ਤੇ ਬੈਠ ਕੇ ਕੀਤਾ ਤੇ ਮਾਤਾ ਜੀ ਬਿਰਧ ਸਰੀਰ ਨੂੰ ਨਾਮ ਆਸਰੇ ਧੂਰੀ ਗਏ। ਚਲਦਿਆਂ ਚਲਦਿਆਂ ਰਾਤ ਪੈ ਗਈ। ਗੰਗੂ ਇਹਨਾਂ ਨੂੰ ਦਰਖਤ ਦੀ ਇੱਕ ਸੰਘਣੀ ਝਿੜੀ ਵਿੱਚ ਇੱਕ ਤਲਾਅ ਦੇ ਕਿਨਾਰੇ ਲੈ ਗਿਆ, ਜਿੱਥੇ ਅੱਜ-ਕੱਲ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਮਾਤਾ ਜੀ ਨੂੰ ਕਿਹਾ ਕਿ ਰਾਤ ਇੱਥੇ ਹੀ ਕੱਟ ਲੈਂਦੇ ਆ ਤੇ ਸਵੇਰ ਹੁੰਦੇ ਸਾਰ ਆਪ ਮੇਰੇ ਨਾਲ ਮੇਰੇ ਪਿੰਡ ਚਲੇ ਜਾਇਓ। ਇੱਥੇ ਕੋਈ ਖਤਰਾ ਨਹੀਂ, ਤੁਸੀਂ ਇੱਥੇ ਬੈਠੋ, ਮੈਂ ਛੇਤੀ ਹੀ ਨੇੜੇ ਦੇ ਨਗਰ ਤੋਂ ਪ੍ਰਸ਼ਾਦੇ ਲੈ ਆਉਂਦਾ ਹਾਂ। ਮਾਤਾ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਗੋਦੀ ਵਿੱਚ ਲੈ ਗੁਰੂ ਘਰ ਦੀਆਂ ਸਾਖੀਆਂ ਸੁਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਦ੍ਰਿੜ ਕਰਦੇ ਰਹੇ। ਇਸ ਅੰਧੇਰੀ ਝਿੜੀ ਵਿੱਚ ਤਿੰਨੋਂ ਜੀ ਤਲਾਅ ਕਿਨਾਰੇ ਰੱਬੀ ਭਾਣੇ ਅੰਦਰ ਅਡੋਲ ਬੈਠੇ ਰਹੇ। ਗੰਗੂ ਪ੍ਰਸ਼ਾਦੇ ਲੈ ਕੇ ਆ ਗਿਆ। ਸਭ ਨੇ ਰੁੱਖਾ ਸੁੱਖਾ ਖਾ ਤਲਾਅ ਤੋਂ ਪਾਣੀ ਪੀ ਪਰਮਾਤਮਾ ਦਾ ਸ਼ੁਕਰ ਕੀਤਾ। ਦਰਖਤਾਂ ਦੀ ਝਿੜੀ ਸੰਘਣੀ ਹੋਣ ਕਰਕੇ ਠੰਡ ਤੋਂ ਕੁਝ ਬਚਾ ਸੀ। ਕੁੰਮੇ ਮਾਸ਼ਕੀ ਨੇ ਗਰਮ ਭਾਰਾ ਕੱਪੜਾ ਤੁਰਨ ਲੱਗਿਆ ਦਿੱਤਾ ਸੀ ਕਿ ਵਾਟ ਸਖਤ ਤੇ ਠੰਡੀ ਸਰਦੀ ਵਾਲੀ ਹੈ। ਮਾਤਾ ਜੀ ਨੇ ਪੁੰਜੇ ਧਰਤੀ ਤੇ ਆਸਣ ਵਿੱਚ ਵਿਛਾਉਣੇ ਦੇ ਥੱਲੇ ਮਾਇਆ ਦੀ ਥੈਲੀ ਰੱਖ ਲਈ।
ਮਾਸੂਮ ਜਿੰਦਾ ਨੂੰ ਆਪਣੇ ਆਸੇ-ਪਾਸੇ ਲਾ ਜੋ ਕੱਪੜਾ ਕੋਲ ਸੀ ਉੱਪਰ ਲੈ ਲੇਟ ਗਏ। ਕੀਮਤੀ ਵਿਛਾਉਣਿਆਂ ਤੇ ਸੌਣ ਵਾਲੇ, ਮਹਿਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਦੀ ਛੱਤ ਹੇਠ ਥੱਲੇ ਪੋਏ ਤੇ ਵਿਰਾਜ ਗਏ। ਗੰਗੂ ਵੀ ਨੇੜੇ ਹੀ ਢੀਠ ਜਿਹਾ ਹੋ ਕੇ ਪੈ ਗਿਆ। ਇਹ ਹਰਾਮੀ ਆਪਣੇ ਪਿੰਡੋਂ ਪ੍ਰਸ਼ਾਦੇ ਲੈ ਕੇ ਆਇਆ, ਨਾਲ ਗਰਮ ਕੱਪੜਾ ਵੀ। ਇਸ ਦਾ ਪਿੰਡ ਇਸ ਤਲਾਬ ਵਾਲੀ ਚਿੜੀ ਤੋਂ ਅਗਲਾ ਸੀ, ਪਰ ਕਮੀਨੇ ਨੇ ਮਾਤਾ ਜੀ ਨੂੰ ਇਸ ਦਾ ਭੇਦ ਨਹੀਂ ਲੱਗਣ ਦਿੱਤਾ। ਇਹ ਤਾਂ ਬਾਹਰੋਂ ਬਾਹਰ ਉਹਨਾਂ ਤੋਂ ਮਾਇਆ ਚਰਾਉਣੀ ਚਾਹੁੰਦਾ ਸੀ। ਸਾਹਿਬਜ਼ਾਦੇ ਸਾਰੇ ਦਿਨ ਦੇ ਸਫ਼ਰ ਦੇ ਥੱਕੇ ਹੋਏ ਛੇਤੀ ਸੌਂ ਗਏ। ਬਿਰਧ ਦਾਦੀ ਮਾਂ ਦਾ ਸਰੀਰ ਜ਼ਿਆਦਾ ਸਫ਼ਰ ਦੇ ਥਕੇਵੇਂ ਨੇ ਭੰਨ ਸੁੱਟਿਆ। ਉਹ ਜ਼ਿਆਦਾ ਥੱਕ ਜਾਣ ਕਾਰਨ ਤੇ ਪਰਿਵਾਰ ਦੀਆਂ ਸੋਚਾਂ ਸੋਚਦਿਆਂ ਗੂੜੀ ਨੀਂਦ ਨਾ ਸੌ ਸਕੇ। ਜਿਸ ਤਲਾਹ ਕਿਨਾਰੇ ਦੂਜੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਪਰਿਵਾਰ ਨਾਲੋਂ ਵਿਛੜ ਕੇ ਗੁਜ਼ਾਰੀ, ਉਸ ਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਬਲ ਕਰਦੇ ਹਨ ਤੇ ਅੱਗੇ ਗੰਗੂ ਦੇ ਪਿੰਡ ਨੂੰ ਉਖੇੜੀ ਕਹਿ ਕੇ ਕਹਿੰਦੇ ਹਨ ਕਿ ਇਸ ਮਸੰਦ ਦੇ ਘਰ ਚਲੇ ਗਏ ਤੇ ਉੱਥੇ ਇਸਨੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਫੜਾ ਦਿੱਤਾ। ਗੁਰੂ ਸਾਹਿਬ ਜੀ ਦਾ ਜਦੋਂ ਪਰਿਵਾਰ ਵਿਛੜਿਆ, ਕੁੰਮਾ ਮਾਸਕੀ ਤੋਂ ਹੁੰਦੇ ਹੋਏ ਗੰਗੂ ਬ੍ਰਾਹਮਣ ਉਹਨਾਂ ਨੂੰ ਇੱਥੋਂ ਇਸ ਸਥਾਨ ਤੇ ਲੈ ਕੇ ਆਏ। ਮਾਤਾ ਗੁਜਰ ਕੌਰ ਜੀ, ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, 8 ਪੋਹ ਦੀ ਰਾਤ ਉਹਨਾਂ ਨੇ ਇਸ ਪੁਰਾਤਨ ਸਥਾਨ ਹੈ ਜੇ ਇਸ ਜਗ੍ਹਾ ਤੇ ਗੁਜ਼ਾਰੀ। ਉਸ ਸਮੇਂ ਇੱਥੇ ਇਸ ਸਥਾਨ ਤੇ ਭਿਆਨਕ ਜੰਗਲ ਸੀ। ਹੁਣ ਇਸ ਸਮੇਂ ਬਸੋਂ ਹੋਣ ਦੇ ਕਾਰਨ ਜੰਗਲ ਇਸ ਵੇਲੇ ਇਸੇ ਨਹੀਂ ਰਿਹਾ ਹੈ। ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੂੰ ਇੱਥੇ ਲੈ ਕੇ ਆਇਆ। ਇੱਥੇ ਬਿਠਾ ਕੇ ਉਹਨਾਂ ਦਾ ਉਹ ਸਮਾਂ ਸੀ ਜੋ ਅਜਾਈ ਗਵਾਉਂਦਾ ਰਿਹਾ, ਕਿਉਂਕਿ ਮਾਤਾ ਜੀ ਕੋਲ ਕੁਝ ਮਾਇਆ ਸੀ। ਉਹਦੇ ਮਨ ਦੇ ਵਿੱਚ ਲਾਲਚ ਸੀ, ਉਹ ਕਿਸੇ ਤਰੀਕੇ ਨਾਲ ਮਾਇਆ ਹੈ ਜੋ ਚਰਾਵੇ, ਪਰ ਉਸਦਾ ਇਹ ਸਫਲਤਾ ਨਹੀਂ ਹੋਈ। ਇੱਥੋਂ ਆਪਣੇ ਪਿੰਡ ਮਾਤਾ ਜੀ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਇਸ ਜਗ੍ਹਾ ਤੇ ਬਿਠਾ ਕੇ ਉਹ ਆਪਣੇ ਪਿੰਡ ਖੇੜੀ ਚਲੇ ਗਿਆ। ਖੇੜੀ ਦੇਖਣ ਵਾਸਤੇ ਗਿਆ ਵੀ ਰਸਤਾ ਠੀਕ ਹੈ, ਕੋਈ ਇਦਾਂ ਦੀ ਗੱਲਬਾਤ ਨਹੀਂ ਹੈ। ਉਹਨਾਂ ਦਾ ਸਮਾਂ ਸੀ ਉਹ ਜੋ ਅਜਾਈ ਗਵਾਉਂਦਾ ਰਿਹਾ। ਸਿਆਣੇ ਬਜ਼ੁਰਗ ਦੱਸਦੇ ਨੇ ਕਿ ਕਿਸੇ ਸਮੇਂ ਇੱਥੇ ਤਲਾਅ ਹੁੰਦਾ ਸੀ, ਹੁਣ ਤਾਂ ਸਿਰਫ ਉਸ ਦੀਆਂ ਕੁਝ ਪੌੜੀਆਂ ਹੀ ਬਚੀਆਂ ਨੇ। ਗੁਰਦੁਆਰੇ ਦੀ ਪਿਛਲੀ ਕੰਧ ਨਾਲ ਛੱਪੜ ਹੈ, ਉਸ ਦੇ ਵਿੱਚ ਪੁਰਾਣੀਆਂ ਸਰਹੰਦੀ ਇੱਟਾਂ ਨਾਲ ਬਣੀਆਂ ਪੌੜੀਆਂ ਛੱਪੜ ਵਿੱਚ ਉਤਰਦੀਆਂ ਹਨ, ਜੋ ਤਲਾਅ ਹੋਣ ਦੀ ਪੂਰੀ ਗਵਾਹੀ ਭਰਦੀਆਂ ਹਨ। ਪਿੰਡ ਦੇ ਪੁਰਾਣੇ ਬਜ਼ੁਰਗ ਵੀ ਦੱਸਦੇ ਹਨ ਕਿ ਇਸ ਪਿੰਡ ਵਿੱਚ ਸਿਰਫ ਇੱਕ ਪਰਿਵਾਰ ਹੀ ਇੱਥੇ ਛੋਟੀ ਜਿਹੀ ਜਗ੍ਹਾ ਤੇ ਦੀਵਾ ਜਗਾਉਂਦਾ ਸੀ। ਉਹਨਾਂ ਦੀ ਭਾਵਨਾ ਪੂਰੀ ਹੁੰਦੀ ਤਾਂ ਹੀ ਉਹਨਾਂ ਦੀ ਸ਼ਰਧਾ ਬਣੀ ਹੋਈ ਸੀ। ਉਸੇ ਪਰਿਵਾਰ ਨੇ ਇਸ ਥਾਂ ਤੇ ਪੱਕੀ ਸਮਾਧ ਬਣਾ ਦਿੱਤੀ। ਹੌਲੀ ਹੌਲੀ ਸਾਰੇ ਪਿੰਡ ਦੀ ਸ਼ਰਧਾ ਬਣ ਗਈ। ਸਮਾਧ ਦੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਲੋਕ ਇਸ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਕਰਕੇ ਮੰਨਦੇ ਹਨ ਤੇ ਸਾਰਾ ਪਿੰਡ ਪੂਜਦਾ ਏ। ਇਹ ਸਥਾਨ ਪਿੰਡ ਤੋਂ ਬਾਹਰ ਚੜ੍ਹਦੇ ਵਾਲੇ ਪਾਸੇ ਰੋਪੜ ਮੋਰਿੰਡਾ ਰੋਡ ਤੇ ਬਿਲਕੁਲ ਉੱਪਰ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਕਦੇ ਵੀ ਕੋਈ ਉਗਰਾਈ ਨਹੀਂ ਕਰਦੇ। ਸਾਰੇ ਪਿੰਡ ਦੀ ਸੰਗਤ ਬਹੁਤ ਸ਼ਰਧਾ ਨਾਲ ਸੇਵਾ ਕਰਦੀ ਹੈ ਤੇ ਸਾਨੂੰ ਇੱਥੋਂ ਇਹ ਜਾਣਕਾਰੀ ਵੀ ਮਿਲੀ ਕਿ ਨਥਲਪੁਰ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਸ ਛੱਪੜ ਵਿੱਚੋਂ 5 ਕੜਾਈਏ ਮਿੱਟੀ ਦੇ ਬਾਹਰ ਸੁੱਟੇ ਤੇ ਕਿਹਾ ਸੀ ਕਿ ਇੱਥੇ ਕਦੇ ਸਰੋਵਰ ਬਣੇਗਾ। ਬਹੁਤ ਛੋਟੀ ਸਮਾਧ ਬਣੀ ਵੀ ਤੀ, ਥੜਾ ਤਾਂ ਜੀ ਪਹਿਲਾਂ ਇੱਕ ਕਿੱਕਰ ਖੜੀ ਤੀ, ਉਸ ਤੋਂ ਬਾਅਦ ਗੁਰਦੁਆਰਾ ਹੌਲੀ ਹੌਲੀ ਬਣਿਆ ਜੀ। ਆਹ ਹਾਲ ਤਾਂ ਹੁਣ ਥੋੜੀ ਦੇਰ ਤੋਂ ਹੀ ਬਣਿਆ ਜੀ। ਉਰੇ ਕਦੇ ਉਗਰਾਹੀ ਨਹੀਂ ਜੀ ਕਰੀ। ਜਿਹੜਾ ਪਹਿਲਾ ਨਿਸ਼ਾਨ ਸਾਹਿਬ ਸਭ ਤੋਂ ਪਹਿਲਾਂ ਲੱਗਿਆ ਜੀ, ਉਸ ਟਾਈਮ ਉਗਰਾਹੀ ਕਰੀ ਗਈ ਸੀ। ਉਸ ਤੋਂ ਬਾਅਦ ਸਰੋਵਰ ਸਾਹਿਬ ਬਣਿਆ, ਐਡੀ ਵੱਡੀ ਬਿਲਡਿੰਗ ਬਣ ਗਈ ਜੀ। ਕਦੇ ਵੀ ਕੋਈ ਉਗਰਾਹੀ ਨਹੀਂ ਕਰੀ ਜੀ, ਕਿਸੇ ਵੀ ਉਗਰਾਹੀ ਕਦੇ ਵੀ ਕੋਈ ਅਨਾਜ ਨਹੀਂ ਇਕੱਠਾ ਕਰਿਆ, ਕੋਈ ਪੈਸਾ ਨਹੀਂ ਇਕੱਠਾ ਕਰਿਆ। ਲੋਕਾਂ ਦੀ ਭਾਵਨਾ ਨਾਲ ਤਿਆਰ ਹੋਇਆ ਵਾ ਗੁਰਦੁਆਰਾ। ਸੋ ਗੰਗੂ ਦਾ ਪਿੰਡ ਸਹੇੜੀ ਇੱਥੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਚੜ੍ਹਦੇ ਪਾਸੇ ਹੈ ਤੇ ਇਹ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਗੰਗੂ ਪਾਪੀ ਸਮੇਤ 7 ਪੋਹ 1661 ਬਿਕਰਮੀ ਪਵ 22 ਦਸੰਬਰ 1704 ਈਸਵੀ ਨੂੰ ਪਿੰਡ ਕਾਈਨੌਰ ਦੇ ਤਲਾਅ ਤੇ ਕੱਟੇ। ਕਾਈਨੌਰ ਤੋਂ ਬਾਅਦ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ।
ਇੱਥੇ ਬਾਹਰ-ਵਾਰ ਇੱਕ ਸਾਧੂ ਦੀ ਝੌਂਪੜੀ 'ਚ ਉਹਨਾਂ ਨੂੰ ਠਹਿਰਾ ਆਪ ਪਿੰਡ ਦਾ ਜਾਇਜ਼ਾ ਲੈਣ ਦੇ ਲਈ ਚਲਿਆ ਗਿਆ। ਉਸ ਝੌਂਪੜੀ ਦਾ ਸਾਧੂ ਜਦੋਂ ਵਾਪਸ ਪਰਤਦਾ ਹੈ ਤਾਂ ਸਹਿਜ ਸੁਭਾਅ ਮਾਤਾ ਜੀ ਨੂੰ ਪੁੱਛਦਾ ਹੈ ਕਿ ਇੰਨੀ ਰਾਤ ਨੂੰ ਇਸ ਸੰਘਣੇ ਜੰਗਲ ਦੇ ਵਿੱਚ ਤੁਸੀਂ ਕੀ ਕਰਦੇ ਪਏ ਹੋ? ਤਾਂ ਸਹਿਜ ਸੁਭਾਅ ਮਾਤਾ ਜੀ ਦੇ ਮੂੰਹੋਂ ਜੋ ਬੋਲ ਨਿਕਲਦੇ ਹਨ ਉਹ ਕਹਿੰਦੇ ਹਨ ਕਿ ਭਾਈ ਅਸੀਂ ਤਾਂ ਇੱਥੇ ਐਵੇਂ ਹੀ ਆਏ ਹਾਂ, ਜਿਸ ਤੋਂ ਬਾਅਦ ਇਸ ਅਸਥਾਨ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਸੰਸਾਰ ਪ੍ਰਸਿੱਧ ਹੋਇਆ। ਪਿਛਲੀ ਸਾਰੀ ਰਾਤ ਗੰਗੂ ਦੀ ਇਹ ਝਾਕਦਿਆਂ ਲੰਘ ਗਈ ਕਿ ਮਾਤਾ ਜੀ ਜਦੋਂ ਸੌਂਦੇ ਨੇ ਤਾਂ ਮੈਂ ਆਪਣਾ ਦਾਅ ਲਾ ਕੇ ਤੁਰਦਾ ਬਣਾ, ਪਰ ਉਹ ਸਾਰੀ ਰਾਤ ਇਸ ਕੰਮ 'ਚ ਸਫਲ ਨਾ ਹੋ ਸਕਿਆ। ਉਸ ਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ। ਇਸੇ ਤਰ੍ਹਾਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਗੰਗੂ ਨੂੰ ਮੱਲੋ ਮੱਲੀ ਨੀਂਦ ਆ ਗਈ। ਮਾਤਾ ਜੀ ਤਲਾਅ ਤੋਂ ਮੂੰਹ ਹੱਥ ਧੋ ਕੇ ਸਾਵਧਾਨ ਹੋ ਪਰਮਾਤਮਾ ਦੀ ਯਾਦ 'ਚ ਲੀਨ ਹੋ ਗਏ। ਬਹੁਤੇ ਦੇਰ ਇਸੇ ਤਰ੍ਹਾਂ ਪ੍ਰਭੂ ਬੰਦਗੀ 'ਚ ਜੁੜੇ ਰਹੇ। ਗੰਗੂ ਨੂੰ ਦਿਨ ਚੜੇ, ਜਾਗ ਆਈ ਤਾਂ ਅੱਬੜਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਬਾਹਰ ਜਾ ਕੇ ਵੀ ਕੱਟੀ, ਪਰ ਹੱਥ ਪੱਲੇ ਕੁਝ ਨਾ ਪਿਆ। ਇਹ ਪਾਪੀ ਅਗਲੀ ਵਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੋਂ ਮੇਰਾ ਪਿੰਡ ਨੇੜੇ ਹੀ ਹੈ, ਉੱਥੇ ਚੱਲਦੇ ਆ, ਉੱਥੇ ਜਾ ਕੇ ਹੀ ਭੋਜਨ ਛਕਾਂਗੇ। ਇਸ ਦੀ ਨੀਅਤ ਇੰਨੀ ਖੋਟੀ ਹੋ ਚੁੱਕੀ ਸੀ ਕਿ ਮਾਤਾ ਜੀ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ। ਪਾਣੀ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਨੂੰ ਨਾਲ ਲੈ ਇਸ ਨਾਲ ਅਗਲੇ ਸਫ਼ਰ ਵੱਲ ਚੱਲ ਪਈ। ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ਤੇ ਢੱਕ ਵਿੱਚ ਲੈ ਗਿਆ। ਢੱਕ ਦਾ ਭਾਵ ਜਿਸ ਵਿੱਚ ਝਾੜੀ, ਕਾਹੀ, ਸਲਵਾੜ ਤੇ ਜੰਗਲੀ ਬੂਟੇ ਆਦਿ ਹੋਣ। ਇੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਚਲਿਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਕੇ ਆਉਂਦਾ ਹਾਂ ਕਿ ਕੋਈ ਖਤਰਾ ਤਾਂ ਨਹੀਂ, ਕਿਤੇ ਪਿੰਡ ਸਿਪਾਹੀ ਹੀ ਨਾ ਉਤਰੇ ਹੋਣ। ਹਰ ਪਿੰਡ ਵਿੱਚ ਮੁਗਲ ਸਿਪਾਹੀ ਸਿੰਘਾਂ ਨੂੰ ਤੇ ਗੁਰੂ ਸਾਹਿਬ ਨੂੰ ਢੂੰਡਦੇ ਫਿਰਦੇ ਸੀ। ਗੁਰੂ ਸਾਹਿਬ ਤੇ ਉਹਨਾਂ ਦੇ ਸੇਵਕਾਂ ਨੂੰ ਫੜਾਉਣ ਵਾਲਿਆਂ ਨੂੰ ਬਹੁਤ ਇਨਾਮ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਜਾਂਦਾ ਸੀ। ਇਹ ਢੰਡੋਰਾ ਵੀ ਹਰ ਪਿੰਡ ਦੇ ਵਿੱਚ ਪਿੱਟਿਆ ਜਾ ਰਿਹਾ ਸੀ। ਗੰਗੂ ਇਹੋ ਡਰ ਬਣਾ ਕੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ, ਮੁਗਲ ਸਿਪਾਹੀ ਹੀ ਨਾ ਉਤਰੇ ਹੋਣ। ਮਾਤਾ ਜੀ ਇਸ ਦੀ ਬਹੁਤ ਦੇਰ ਤੱਕ ਉਡੀਕ ਕਰਦੇ ਰਹੇ, ਪਰ ਇਹ ਛੇਤੀ ਵਾਪਸ ਨਾ ਆਇਆ। ਮਾਤਾ ਜੀ ਨੂੰ ਬਹੁਤ ਨੇੜੇ ਇੱਕ ਸਲਵਾੜ ਦਾ ਛੱਪੜ ਭਾਵ ਕੁੱਲੀ ਬਣੀ ਨਜ਼ਰ ਪਈ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਉਸ ਕੁੱਲੀ ਵਿੱਚ ਚਲੇ ਗਏ। ਇਹ ਛੱਪੜ ਇੱਕ ਮਸਤ ਫਕੀਰ ਦੀ ਕੁਟੀਆ ਸੀ। ਇਹ ਪਿੰਡੋਂ ਬਾਹਰ ਕੱਖਾ ਕਾਨਿਆਂ ਵਿੱਚ ਬਣੀ ਝੌਂਪੜੀ ਨੁਮਾ ਕੁਟੀਆ ਵਿੱਚ ਰਹਿੰਦਾ ਸੀ। ਲੋਕਾਂ ਨਾਲ ਇਸ ਦਾ ਬਹੁਤ ਵਾਹ ਵਾਸਤਾ ਨਹੀਂ ਸੀ। ਇਹ ਸਾਧੂ ਆਪਣੀ ਮਸਤੀ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਤੇ ਕਦੇ ਕਦਾਈ ਆਪਣੀ ਮੌਜ 'ਚ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛਕ ਆਉਂਦਾ। ਜਦੋਂ ਇਹ ਫਕੀਰ ਆਪਣੀ ਕੁਟੀਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਦੇਖ ਕੇ ਪੁੱਛਿਆ, ਇੱਥੇ ਕਿਵੇਂ ਬੈਠੇ ਹੋ? ਤਾਂ ਮਾਤਾ ਜੀ ਨੇ ਕਿਹਾ, ਐਵੇਂ ਹੀ ਬੈਠੇ ਆ। ਇਹਨਾਂ ਤਿੰਨਾਂ ਦੇ ਚਿਹਰਿਆਂ ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ ਦੇਰ ਨਾ ਲੱਗੀ। ਉਹ ਜਾਣ ਗਿਆ ਕਿ ਇਹ ਕੋਈ ਧਰੋਂ ਬਖਸ਼ੀਆਂ ਰੂਹਾਂ ਨੇ। ਇਸਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਕਿ ਤੁਸੀਂ ਮੇਰੀ ਕੁਟੀਆ ਵਿੱਚ ਬੇਝਿਜਕ ਬੈਠੇ ਰਹੋ। ਫਕੀਰ ਆਪ ਫਿਰ ਆਪਣੀ ਮਸਤੀ ਵਿੱਚ ਝਾੜੀਆਂ ਚੱਲਾਂ 'ਚ ਵੜ ਗਿਆ। ਇਹ ਪਾਵਨ ਪਵਿੱਤਰ ਸਥਾਨ ਧੰਨ ਧੰਨ ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਦਾ ਹੈ। ਇੱਥੇ ਸਾਧ ਦੀ ਕੁਟੀਆ ਸੀ। ਜਦੋਂ ਸਰਸਾ ਤੋਂ ਵਿਛੋੜਾ ਪਿਆ ਸੀ, ਗੰਗੂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਪਹੁੰਚਿਆ। ਜੋ ਸਾਧ ਦੀ ਕੁਟੀਆ ਸੀ ਉਸ ਦੇ ਅੰਦਰ ਬਿਠਾ ਕੇ ਆਪਣੇ ਪਿੰਡ ਜਾਇਜ਼ਾ ਲੈਣ ਵਾਸਤੇ ਚਲਾ ਗਿਆ। ਜੋ ਸਾਧ ਸੀ ਉਹ ਅੰਦਰ ਬਾਹਰ ਕਿਤੇ ਗਿਆ ਹੋਇਆ ਸੀ। ਕਿ ਦੇਖਿਆ ਕਿ ਅੰਦਰੋਂ ਆਵਾਜ਼ ਆ ਰਹੀ ਹੈ ਗੱਲਾਂ ਦੀ। ਜਾ ਕੇ ਕੀ ਤੱਕਦਾ ਹੈ, ਮਾਤਾ ਜੀ ਦੇ ਦਰਸ਼ਨ ਕਰਕੇ ਮਾਤਾ ਜੀ ਨੂੰ ਪੁੱਛਦਾ ਹੈ ਕਿ ਮਾਤਾ ਜੀ ਤੁਸੀਂ ਇੱਥੇ ਕਿਵੇਂ ਆਏ ਹੋ? ਮਾਤਾ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ। ਐਵੇਂ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਮਾ ਸਾਹਿਬ ਜਾਣਿਆ ਜਾਂਦਾ ਹੈ। ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਉਹਨਾਂ ਦੀ ਚਰਨ ਸ਼ੋਭਤਾ ਵੀ ਮਨਾਈ ਜਾਂਦੀ ਹੈ। ਜੋ ਸਭਾ ਦੀ ਆਰੰਭਤਾ ਹੈ ਇਸੇ ਪਾਵਨ ਪਵਿੱਤਰ ਸਥਾਨ ਤੋਂ ਹੈ। ਇਹ ਗੁਰਦੁਆਰਾ ਸਾਹਿਬ ਪਿੰਡ ਸਹੇੜੀ ਤੋਂ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਤੋਂ
ਦੱਖਣ ਵਾਲੇ ਪਾਸੇ ਸਥਿਤ ਹੈ। ਸਫ਼ਰ-ਏ-ਸ਼ਹਾਦਤ ਦੀ ਤੀਜੀ ਰਾਤ ਗੰਗੂ ਦਾ ਘਰ ਪਿੰਡ ਸਹੇੜੀ। ਇਹ ਉਹ ਥਾਂ ਸੀ ਜਿੱਥੇ ਗੰਗੂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ। ਗੁਰਦੁਆਰਾ ਐਮਾ ਸਾਹਿਬ ਵਾਲੇ ਅਸਥਾਨ ਤੋਂ ਗੰਗੂ ਮਾਇਆ ਦੇ ਲਾਲਚ ਬਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ। ਇਹ ਪਾਪੀ ਇਹਨਾਂ ਕੋਲ ਰਹਿ ਕੇ ਵੀ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਪਛਾਣ ਨਾ ਸਕਿਆ। ਘਰ ਵਿੱਚ ਲਿਆ ਕੇ ਇੱਕ ਕੋਠੜੀ ਵਿੱਚ ਟਿਕਾਣਾ ਕਰਵਾ ਦਿੱਤਾ। ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ। ਇਸ ਪਾਪੀ ਨੇ ਦੱਬੀ ਜ਼ੁਬਾਨ ਵਿੱਚ ਉਹਨਾਂ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ। ਮਾਤਾ ਜੀ ਨੇ ਇਸ਼ਨਾਨ ਕਰ ਬਸਤਰ ਬਦਲੇ। ਸਾਹਿਬਜ਼ਾਦਿਆਂ ਦੇ ਵੀ ਇਸ਼ਨਾਨ ਕਰਾ ਕੇ ਬਸਤਰ ਨਵੇਂ ਪਵਾ ਦਿੱਤੇ। ਮਾਤਾ ਜੀ ਕੋਲ ਗਠੜੀ ਵਿੱਚ ਥੋੜੇ ਬਹੁਤ ਜ਼ਰੂਰੀ ਬਸਤਰ ਬੰਨੇ ਹੋਏ ਸੀ। ਦਿਨ ਵਿੱਚ ਕਈ ਨਵੀਆਂ ਪੁਸ਼ਾਕਾਂ ਪਹਿਨਣ ਵਾਲੇ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਕੇ ਤਿਆਰ ਹੋਏ ਸੀ। ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸਨੇ ਬਹੁਤ ਹੀ ਅਸ਼ਰਦਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਦੇ ਅੱਗੇ ਰੱਖਿਆ। ਦਾਦੀ ਮਾਂ ਨੇ ਭੋਜਨ ਵੱਲ ਦੇਖ ਕੇ ਕਿਹਾ ਕਿ ਇਹੋ ਜਿਹਾ ਭੋਜਨ ਤਾਂ ਅਨੰਦਪੁਰ ਸਾਹਿਬ 'ਚ ਸਾਡੇ ਕਾਵਾਂ ਕੁੱਤਿਆਂ ਨੂੰ ਵੀ ਨਹੀਂ ਸੀ ਪਾਇਆ ਜਾਂਦਾ। ਇਹ ਮਾਸੂਮ ਇਸ ਨੂੰ ਕਿੱਦਾਂ ਛਕਣਗੇ? ਦਾਦੀ ਮਾਂ ਨੇ ਗੰਗੂ ਨੂੰ ਇੱਕ ਹੋਰ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਬਣਿਆ ਮਿਲਦਾ ਏ ਜਾ ਕੇ ਖਰੀਦ ਲਿਆ। ਉਹ 2 ਸੇਰ 2 ਕਿਲੋ ਤੋਂ ਥੋੜੇ ਜਿਹੇ ਘੱਟ ਪਤਾਸੇ ਖਰੀਦ ਲਿਆਇਆ, ਜਿਸ ਵਿੱਚੋਂ ਥੋੜੇ ਜਿਹੇ ਤਿੰਨਾਂ ਜੀਆਂ ਨੇ ਛਕ ਕੇ ਪਾਣੀ ਪੀ ਪਰਮਾਤਮਾ ਦਾ ਭਾਣਾ ਮਨ ਸ਼ੁਕਰ ਮਨਾ ਲਿਆ। ਕਮੀਨਿਆਂ, ਘਰ ਆਏ 7 ਬੇਗਾਨੇ ਨੂੰ ਵੀ ਚੰਗੀ ਤਰ੍ਹਾਂ ਰੋਟੀ ਪਾਣੀ ਛਕਾ ਦਈਦਾ ਏ। ਇਹ ਤਾਂ ਆਪਣਿਆਂ ਨਾਲੋਂ ਵੀ ਵੱਧ ਕੇ ਸੀ। ਖਾਣੇ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸੋਭੀ ਨੂੰ ਕਿਹਾ ਇਹਨਾਂ ਨੂੰ ਖਾਣੇ 'ਚ ਜ਼ਹਿਰ ਦੇ ਕੇ ਮਾਰ ਦਈਏ ਤੇ ਇਹਨਾਂ ਦਾ ਧਨ ਲੁੱਟ ਲਈਏ। ਸੋਭੀ ਨੇ ਇਹ ਕਹਿਰ ਕਮਾਉਣ ਤੋਂ ਗੰਗੂ ਨੂੰ ਬਹੁਤ ਵਰਜਿਆ। ਓਪਰੇ ਮਨ ਦੇ ਨਾਲ ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਬਹੁਤ ਮਿੱਠੀਆਂ ਤੇ ਪਿਆਰ ਦੀਆਂ ਗੱਲਾਂ ਕੀਤੀਆਂ। ਇਹਦਾ ਪਰਿਵਾਰ ਵੀ ਕੁਝ ਦੇਰ ਕੋਲ ਬੈਠਾ ਰਿਹਾ। ਸਾਰੇ ਆਪੋ ਆਪਣੇ ਥਾਂ ਸਿਰ ਸੌਂ ਗਏ। ਇਸ ਪਾਪੀ ਨੂੰ ਨੀਂਦ ਕਿੱਥੇ ਆਵੇ? ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠੜੀ ਵੱਲ ਲੱਗਾ ਹੋਇਆ ਸੀ। ਇਹ ਸੋਚਦਾ ਸੀ ਕਿ ਮਾਤਾ ਜੀ ਕਦੋਂ ਸੌਣ ਤੇ ਮੈਂ ਕਦੋਂ ਧਨ ਸਮੇਟਾਂ। ਜਦੋਂ ਬਹੁਤ ਗੂੜੀ ਰਾਤ ਹੋ ਗਈ ਤਾਂ ਆਪਣੇ ਮੰਜੇ ਤੋਂ ਉੱਠ ਨਮਕ ਹਰਾਮੀ ਦੱਬੇ ਪੈਰੀ ਕੋਠੜੀ ਵੱਲ ਜਾ ਵੜਿਆ। ਇੱਕ ਮਹੀਨਾ ਚੁੱਪਚਾਪ ਧਨ ਦੀ ਖੁਰਜੀ ਚੁੱਕ ਲਿਆਇਆ ਤੇ ਘਰੋਂ ਬਾਹਰ ਜਾ ਕੇ ਕਿਸੇ ਸੁੱਕੇ ਚੌ ਦੇ ਕਿਨਾਰੇ ਖੱਡ ਵਿੱਚ ਦੱਬ ਦਿੱਤੀ। ਵਾਪਸ ਆ ਚੁੱਪ ਚਪੀਤਾ ਹੀ ਆਪਣੇ ਮੰਜੇ ਤੇ ਲੇਟ ਗਿਆ। ਇਹਦਾ ਪਾਪੀ ਮਨ ਬਹੁਤ ਖੁਸ਼ ਸੀ ਕਿ ਜਿਸ ਮਾਇਆ ਲਈ ਇੰਨੀਆਂ ਲੇਲੜੀਆਂ ਕੱਢਣੀਆਂ ਪਈਆਂ ਉਹ ਮਾਇਆ ਹੁਣ ਇਸ ਦੇ ਹੱਥ ਆ ਚੁੱਕੀ ਸੀ। ਸੋ ਇਸ ਪਾਪੀ ਨੇ ਪਹਿਲਾਂ ਹੀ ਲੁੱਟ ਹੋਇਆਂ ਨੂੰ ਲੁੱਟ ਲਿਆ। ਪਾਪੀਆ, ਉਹ ਤਾਂ ਘਰ-ਬਾਰ ਸਭ ਪਹਿਲਾਂ ਹੀ ਲੁੱਟਾ ਚੁੱਕੇ ਨੇ। ਘਰੋਂ ਬੇਘਰ ਹੋਏ ਫਕੀਰੀ ਵਾਲੀ ਹਾਲਤ ਤੇ ਵੀ ਤੈਨੂੰ ਤਰਸ ਨਾ ਆਇਆ। ਤਿੰਨੋਂ ਜੀ ਇਸ ਆਸਰੇ ਇਸ ਪਾਪੀ ਨਾਲ ਤੁਰੇ ਕਿ ਸਾਡਾ ਗੁਰੂ ਜੀ ਦੇ ਨਾਲ ਇਹ ਮਿਲਾਪ ਕਰਵਾ ਦੇਵੇਗਾ, ਪਰ ਇਹ ਦੁਸ਼ਟ ਤਾਂ ਮਾਇਆ ਕਰਕੇ ਹੀ ਉਹਨਾਂ ਨੂੰ ਇੱਧਰ ਉੱਧਰ ਲਈ ਫਿਰਦਾ ਸੀ। ਇਸ ਪਾਪੀ ਦਾ ਮਨੋਰਥ ਪੂਰਾ ਹੋ ਗਿਆ। ਇਹ ਚੰਦਰੀ ਰਾਤ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ 23 ਦਸੰਬਰ 1704 ਈਸਵੀ ਨੂੰ ਪਿੰਡ ਸਹੇੜੀ ਗੰਗੂ ਪਾਪੀ ਦੇ ਘਰ ਬਤੀਤ ਕੀਤੀ। ਸਰਸੇ ਨਦੀ ਦੇ ਕੰਢੇ ਤੇ ਘਮਸਾਨ ਦਾ ਯੁੱਧ ਹੁੰਦਾ ਹੈ। ਸਤਿਗੁਰਾਂ ਦਾ 3 ਹਿੱਸਿਆਂ 'ਚ ਪਰਿਵਾਰ ਵੰਡਿਆ ਜਾਂਦਾ ਹੈ। ਇਸ ਪਿੰਡ ਦਾ ਗੰਗੂ ਬ੍ਰਾਹਮਣ ਕੁੰਮ ਮਾਸ਼ਕੀ ਝੁੱਗੀ ਦੇ ਵਿੱਚ ਸਤਿਗੁਰਾਂ ਨੂੰ ਮਿਲਿਆ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ ਜੀ ਨੂੰ
ਉਹ ਕਹਿੰਦਾ ਮੇਰਾ ਪਿੰਡ ਇੱਥੇ ਖੇੜੀ ਨੇੜੇ ਆ ਜੀ, ਮੇਰੇ ਕੋਲ ਚੱਲੋ, ਨਾਲ ਚੱਲੋ। ਉਹ ਰਸੋਈਆ ਰਿਹਾ ਹੈ ਸਤਿਗੁਰਾਂ ਦਾ 21 ਸਾਲ 22 ਸਾਲ। ਉਹ ਅਸੀਂ ਆਪਣੇ ਇਸੇ ਪਿੰਡ 'ਚ ਆਹੀ ਕਮਰਾ ਹੈ ਜੀ, ਕੱਚੀਆਂ ਕੰਧਾਂ ਆਪ ਦੇਖ ਰਹੇ ਹੋ, ਇਹ ਮੰਜਾ ਸਾਹਿਬ ਜਿੱਥੇ ਵਿਸ਼ਰਾਮ ਕੀਤਾ ਹੈ। ਦਾਸਤਾਨੇ ਸ਼ਹਾਦਤ ਦੇ ਵਿੱਚ ਤੁਸੀਂ ਹੁਣ ਤੱਕ ਵੇਖਿਆ ਕਿ ਕਿਸ ਤਰ੍ਹਾਂ ਕੁੰਮਾ ਮਾਸ਼ਕੀ ਦੀ ਸ਼ਨ ਤੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਗੁਜਰੀ ਜੀ ਗੰਗੂ ਦੇ ਘਰ ਪਹੁੰਚਦੇ ਨੇ। ਅਗਲੀ ਐਪੀਸੋਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਮੁਰੰਡੇ ਦੀ ਕੋਤਵਾਲੀ ਲਿਜਾਇਆ ਜਾਂਦਾ ਹੈ। ਅੱਜ ਲਈ ਬਸ ਇੰਨਾ ਹੀ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।